ਅਸਲਾਮੁਅਲੈकुम ਜੀ, ਕੀ ਹਾਲ ਚਾਲ ਹੈ? ਠੀਕ ਠਾਕ, ਉਮੀਦ ਕਰਨਾ ਖੈਰ ਖਰੀਅਤ ਨਾਲ ਹੋਵੋਗੇ। ਅੱਛਾ ਜੀ, ਇੱਕ ਵਲੌਗ ਅਸੀਂ ਬਣਾਇਆ ਸੀ ਗੋਲਡਨ ਮਿਸਤਰੀ ਦਾ। ਜਿਨ੍ਹਾਂ ਨੇ ਪੁਰਾਣੇ ਵਲੌਗ ਵੇਖੇ ਨੇ ਉਹਨਾਂ ਨੂੰ ਪਤਾ ਹੋਣਾ। ਉਹ ਇਹ ਫਲਾਕ ਹੈ। ਇਹ ਭਾਜੀ ਕਿੰਨੀ ਦੇਰ ਦਾ ਹੋ ਗਿਆ ਚੂਦਾ? ਅੱਜ 2 ਮਹੀਨਾ ਹੋ ਗਿਆ ਜੀ। 2 ਮਹੀਨੇ ਦਾ 2 ਮਹੀਨੇ ਦਾ ਚੂਦਾ ਜੇ। ਤੇ ਇਹਦਾ weight ਕਿੰਨਾ ਐਵਰੇਜ? ਇਹ ਤਾਂ ਇਸ ਵਕਤ ਦੀ ਤਕਰੀਬਨ 5.5 ਤੇ ਆ ਰਹੀ ਹੈ। ਹਾਂਜੀ 5.5 ਤੇ ਆ ਰਹੀ ਹੈ। 550 ਹਾਂਜੀ ਗ੍ਰਾਮ ਦਾ, ਹਾਂਜੀ ਹਾਂਜੀ। ਅੱਧਾ ਕਿਲੋ ਦਾ ਜੀ ਇਹਦਾ weight ਹੈ। ਠੀਕ ਹੈ। ਇਹ 2 ਮਹੀਨੇ ਪਹਿਲਾਂ ਮੈਂ ਵਲੌਗ ਬਣਾਇਆ ਸੀ, 2-2.5 ਇੰਨੀ ਕੁ ਦੇਰੀ ਹੋਈ ਹੈ ਵਲੌਗ ਬਣਾਇਆ ਸੀ। ਤੇ ਉਹ ਕਾਫੀ ਅੱਛਾ ਲੋਕਾਂ ਨੇ ਕਿਹਾ ਸੀ, ਪਸੰਦ ਵੀ ਕੀਤਾ ਸੀ ਕਿ ਯਾਰ ਇਹਦੇ ਨਾਲ ਦਾ ਵਲੌਗ ਬਣਾ ਕੇ ਸਾਨੂੰ ਦਿਓ। ਲਿਹਾਜ਼ਾ ਉਸ ਤੋਂ ਬਾਅਦ ਫਿਰ ਹੁਣ ਮੇਰਾ ਚੱਕਰ ਲੱਗਾ ਅੱਜ। ਮੈਂ ਕਿਹਾ ਚਲੋ ਤੁਹਾਨੂੰ ਅਪਡੇਟ ਦਿੰਨੇ ਆ ਬਣਾ ਕੇ ਕੀ ਹਿਸਾਬ ਕਿਤਾਬ ਹੈ, ਕਿਉਂਕਿ ਹੁਣ ਮਾਲ ਸੇਲ ਕਰਨ ਲੱਗ ਗਏ ਨੇ। ਇਹ ਚੂਜ਼ਾ ਪਾਇਆ ਸੀ ਇਹਨਾਂ ਨੇ 13,500 ਚੂਜ਼ਾ ਪਾਇਆ ਸੀ ਭਾਜੀ। 13,500 ਚੂਜ਼ਾ ਪਾਇਆ ਸੀ। ਠੀਕ ਹੈ। ਤੇ ਮੇਰਾ ਖਿਆਲ ਹੈ ਅੱਧਾ ਕੁ ਨਿਕਲ ਗਿਆ, ਅੱਧੇ ਤੋਂ ਜ਼ਿਆਦਾ ਨਿਕਲ ਗਿਆ। ਅੱਧੇ ਤੋਂ ਜ਼ਿਆਦਾ ਨਿਕਲ ਗਿਆ। ਤੇ ਰੇਟ ਇਹਨਾਂ ਦਾ ਲੱਗ ਰਿਹਾ 650, 650, 580, ਮਤਲਬ 650 ਤੋਂ ਲੈ ਕੇ 600, 580 ਤੋਂ ਲੈ ਕੇ 650 ਤੱਕ ਜਿਹੜਾ ਇਹਨਾਂ ਰੇਟ ਲੱਗ ਰਿਹਾ। ਠੀਕ ਹੈ। ਕੇਜੀ ਦਾ 1 ਕਿਲੋ ਦਾ। ਠੀਕ ਹੈ। ਤੇ ਫੀਡ ਜਿਹੜੀ ਹੈ 13,500 ਬਰਡੇ, ਉਹ ਮੇਰੇ ਖਿਆਲ ਨਾਲ 20 ਰੁਪਏ ਦਾ ਚੂਜ਼ਾ ਹੈ। ਇਸ ਹਿਸਾਬ ਦੇ ਨਾਲ ਚੱਲ ਰਿਹਾ 15-20 ਰੁਪਏ ਦੇ ਵਿੱਚ। ਤੇ 300 ਬੈਗ ਲੱਗਾ ਇਹਨਾਂ ਦਾ। ਠੀਕ ਹੈ। 300 ਬੈਗ 6500 ਦਾ ਇੱਕ ਬੈਗ ਹੈ। ਠੀਕ ਹੈ। 6500 ਦਾ ਤਕਰੀਬਨ ਇੱਕ ਬੈਗ ਹੈ। ਤੇ ਉਹ ਤੁਸੀਂ ਹਿਸਾਬ ਕਰ ਸਕਦੇ ਹੋ। ਹਾਂ 6500 ਦਾ ਇੱਕ ਬੈਗ 300 ਨਾਲ ਮਾਰੀ ਜ਼ਰਾ ਕਿੰਨਾ ਬਣਦਾ? 6500 ਦਾ ਇੱਕ ਬੈਗ ਹੈ। 300 ਨਾਲ ਜ਼ਰਾ ਮਾਰੋ ਭਾਜੀ। 300 ਬੈਗ ਹਾਂ 19.5 ਲੱਖ ਦੀ ਫੀਡ ਹੈ ਜੀ। ਠੀਕ ਹੈ। 19.5 ਲੱਖ ਦੀ ਇਹਨਾਂ ਦੀ ਫੀਡ ਬਣੀ ਹੈ। ਠੀਕ ਹੈ। ਤੇ 15 ਰੁਪਏ ਜ਼ਰਬ ਕਰੋ 13,500, 2 ਲੱਖ 2,000 ਤੇ 19.5 ਲੱਖ ਸੀ। ਇਹ ਇਹ ਬਣ ਗਿਆ 21.5 ਲੱਖ। 21.5 ਲੱਖ ਜੀ ਬਣ ਗਿਆ ਚੂਜ਼ਾ, ਫੀਡ, ਬਾਕੀ ਖਰਚੇ ਖੁਰਚੇ ਪਾ ਕੇ 25 ਲੱਖ ਤੱਕ ਜਿਹੜਾ ਫਲਾਕ ਹੈ ਉਹ ਚਲਾ ਜਾਂਦਾ ਹੈ। ਹਾਂਜੀ 25 ਲੱਖ ਤੱਕ ਜਿਹੜਾ ਇਹਨਾਂ ਦਾ ਫਲਾਕ ਚਲਾ ਗਿਆ। ਹੁਣ ਭਾਈ 13,500 ਦਾ ਵਜ਼ਨ ਜਿਹੜਾ ਉਹ ਲਾਓ ਬਣਦਾ 6500 ਕਿਲੋ। 6500 ਕਿਲੋ ਜ਼ਰਬ ਕਰੋ ਭਾਜੀ 600 ਨਾਲ। 6500 ਜ਼ਰਬੇ 600 ਕੀ ਕਰ ਦਿਓ ਖਾਨ ਸਾਹਿਬ? 6500 ਜ਼ਰਬੇ 600 39 ਲੱਖ ਰੁਪਏ ਦਾ ਭਾਜੀ ਇਹਨਾਂ ਦਾ ਫਲਾਕ ਜਿਹੜਾ ਤਿਆਰ ਹੋ ਰਿਹਾ। 25 ਲੱਖ ਚ ਫਲਾਕ ਤਿਆਰ ਹੋਇਆ ਸੀ। 2 ਮਹੀਨਿਆਂ ਬਾਅਦ ਜਿਹੜਾ ਫਲਾਕ ਹੈ ਉਹ ਜਾ ਪਹੁੰਚਿਆ 39 ਲੱਖ। ਤੇ 39 ਲੱਖ ਨਾ ਕਰੋ ਤੁਸੀਂ 35 ਲੱਖ ਕਰ ਲਓ, ਯਾਨੀ ਕਿ 25 ਲੱਖ ਲਾ ਕੇ 2 ਮਹੀਨਿਆਂ ਦੇ ਵਿੱਚ ਜਿਹੜਾ 10 ਲੱਖ ਰੁਪਇਆ ਉਹ ਪ੍ਰੋਫਿਟ ਆਈ ਹੈ ਜੀ। 5 ਲੱਖ ਅਸੀਂ ਵਿੱਚੋਂ ਫੇਰ ਕੱਢ ਦਿੱਤਾ। ਠੀਕ ਹੈ। ਉਹਦੇ ਵਿੱਚੋਂ ਦਵਾਈਆਂ ਸ਼ਵਾਈਆਂ ਇਹ ਉਹ ਸਾਰਾ ਕੁਝ ਪਵਾ ਕੇ 25 ਲੱਖ ਤੋਂ ਵੀ ਅਸੀਂ ਕੰਮ ਉੱਤੇ ਲੈ ਗਏ। ਹਾਲਾਂਕਿ 25 ਲੱਖ ਖਰਚਾ ਆਇਆ ਨਹੀਂ ਹੋਣਾ, ਲੇਕਿਨ ਫਿਰ ਵੀ ਅਸੀਂ 25 ਲੱਖ ਲੈ ਗਏ ਹਾਂ। ਹੁਣ ਮੇਰਾ ਕਹਿਣ ਦਾ ਮਤਲਬ ਇਹ ਜੇ ਤੁਸੀਂ ਸਟਾਰਟ ਲੈਣਾ ਚਾਹੁੰਦੇ ਹੋ, ਜੇ ਇਹ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਇਹ ਕੰਮ ਕਰ ਸਕਦੇ ਹੋ। ਇਹ ਕੰਮ ਬਿਹਤਰੀਨ ਹੈ, ਛੋਟੀ ਜਿਹੀ ਇਨਵੈਸਟਮੈਂਟ ਹੈ। ਕਿਉਂ ਭਾਈ ਤੁਸੀਂ ਕੀ ਮਸ਼ਵਰਾ ਦਿੰਦੇ ਹੋ? ਮੈਨੇਜਮੈਂਟ ਅੱਛੀ ਤਰੀਕੇ ਨਾਲ ਹੋਣੀ ਚਾਹੀਦੀ ਹੈ। ਮੈਨੇਜਮੈਂਟ ਹੋਈ ਮਸ਼ਵਰਾ ਕੀ ਦਿੰਦੇ ਹੋ? ਮਸ਼ਵਰਾ ਇਹ ਦੇਣਾ ਚਾਹੀਦਾ ਕਿ ਮਾਲ ਠੀਕ ਹੈ, ਅਗਰ ਮੈਨੇਜਮੈਂਟ ਸੁਪਰਵਾਈਜ਼ਰ ਅੱਛਾ ਹੋਵੇ, ਮੈਨੇਜਮੈਂਟ ਸਹੀ ਹੋਵੇ ਤੇ ਮਾਲ ਬਿਹਤਰੀਨ ਪਲ ਸਕਦਾ ਹੈ। ਲੇਕਿਨ ਹਰ ਕੀਮਤ ਤੇ ਜਿਹੜਾ ਚੂਜ਼ੇ ਦੀ ਦੇਖਭਾਲ ਅੱਛੀ ਹੋਣੀ ਚਾਹੀਦੀ ਹੈ। ਇਹੀ ਗੱਲ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਕਿ ਚੂਜ਼ੇ ਜਿਹੜਾ ਦੇਖਭਾਲ ਹੈ ਉਹ ਬਿਹਤਰੀਨ ਹੋਣੀ ਚਾਹੀਦੀ ਹੈ। ਮੈਨੇਜਮੈਂਟ ਦੇ ਸਿਰ ਤੇ ਹੀ ਮਾਲ ਹੈ। ਮੈਨੇਜਮੈਂਟ ਦੇ ਸਿਰ ਤੇ ਦਾ ਠੀਕ ਹੈ। ਐ ਹੁਣ ਵੇਖਦੇ ਪਏ ਮਾਸ਼ਾਅੱਲਾ ਪੁਆਇੰਟ ਦਾ ਇੱਕ ਚੀਜ਼ ਦਾ ਖਿਆਲ ਰੱਖਣਾ ਪੈਂਦਾ ਵਿੱਚ। ਬਿਲਕੁਲ। ਹੁਣ ਮਾਸ਼ਾਅੱਲਾ ਤੁਸੀਂ ਮਾਲ ਚੈੱਕ ਕਰ ਸਕਦੇ ਹੋ, ਪੂਰਾ ਐਕਟਿਵ ਤੇ ਫਰੈਸ਼ ਚੁਸਤ ਚਲਾ ਕੇ। ਠੀਕ ਹੈ। ਇੱਕ ਪੱਖਾ ਚੱਲ ਰਿਹਾ ਜੋ ਵੇਖਦੇ ਹੋ ਪਏ, ਇੱਕ ਪੱਖਾ ਚੱਲ ਰਿਹਾ ਪਿੱਛੇ, ਪੈਡ ਦੇ ਮਾਹੌਲ ਠੰਡਾ ਹੈ, ਮਾਲ ਬਿਲਕੁਲ ਫਰੈਸ਼ ਮਾਸ਼ਾਅੱਲਾ ਤੁਸੀਂ ਚੈੱਕ ਕਰ ਸਕਦੇ ਹੋ। ਇਹ ਜਾਲੀਆਂ ਲੱਗੀਆਂ ਨੇ, ਪਰਦੇ ਸ਼ਰਦੇ ਬੰਦ ਨੇ, A to Z, ਯਾਨੀ ਕਿ ਪੂਰਾ ਮਾਹੌਲ ਵੇਵੀ ਹੈ। ਸਮਝਦੇ ਹੋ ਪਏ ਵੇਵੀ। ਖਰਚੇ ਜਿੰਨੇ ਮਰਜ਼ੀ ਕਰ ਸਕਦੇ ਹੋ, ਮੈਨੇਜਮੈਂਟ ਨਹੀਂ ਦੂਸਰਾ ਖਰਚਾ ਕੋਈ ਬੇਫਜ਼ੂਲ ਹੈ। ਮੈਂ ਇਹਨਾਂ ਨੂੰ ਇਹੀ ਕਹਿਣਾ ਵਾ ਕਿ ਜਦੋਂ ਤੁਹਾਡਾ ਮਾਲ ਡਿਸਟਰਬ ਹੋ ਗਿਆ ਨਾ, ਉਹਨੇ ਨੁਕਸਾਨ ਹੀ ਕਰਨਾ। ਜਿੰਨੀ ਮਰਜ਼ੀ ਦਵਾਈਆਂ ਪਾ ਲਓ, ਜੋ ਮਰਜ਼ੀ ਕਰ ਲਓ, ਜੋ ਤੁਸੀਂ ਮਾਲ ਹੀ ਆਪਣਾ ਸਹੀ ਰੱਖੋਗੇ ਨਾ, ਮਤਲਬ ਸ਼ੁਰੂ ਤੋਂ ਹੀ, ਫਿਰ ਤੁਹਾਨੂੰ ਨਾ ਦਵਾਈਆਂ ਦੀ ਲੋੜ ਹੈ, ਕਿਸੇ ਚੀਜ਼ ਦੀ ਨਹੀਂ ਲੋੜ ਹੈ। ਫਿਰ ਸਮਝ ਲਓ ਕਿ ਤੁਹਾਡਾ ਮਾਲ ਬਗੈਰ ਦਵਾਈਆਂ ਤੋਂ ਪਲਦਾ ਜਾਏਗਾ। ਤੁਹਾਨੂੰ ਪਤਾ ਹੀ ਨਹੀਂ ਚੱਲਣਾ ਹੈ ਕਿਸ ਟਾਈਮ ਪੈਰਾਂ ਤੱਕ ਮਾਤਰਾ ਇਨਸ਼ਾਅੱਲਾ ਸਹੀ ਜਾਏਗਾ ਜੇ ਮੈਨੇਜਮੈਂਟ ਅੱਛੀ ਤਰੀਕੇ ਨਾਲ ਕਰੋਗੇ। ਠੀਕ। ਹਾਂਜੀ ਮਿਹਨਤ ਕਰੋਗੇ ਤੇ ਇਨਸ਼ਾਅੱਲਾ ਫਲ ਵੀ ਅੱਲਾਹ ਤਾਲਾ ਜ਼ਰੂਰ ਦੇਗਾ। ਇਹੀ ਗੱਲ ਮੈਂ ਤੁਹਾਨੂੰ ਸਮਝਾਉਣਾ ਹੁੰਦਾ ਵਾਂ। ਬਾਕੀ ਬਿਹਤਰੀਨ ਕੰਮ ਹੈ। ਕਈ ਬੰਦੇ ਕਹਿੰਦੇ ਨੇ ਇਹਨੂੰ ਸੇਲ ਕਿਵੇਂ ਕਰਨਾ। ਯਾਰ ਸੇਲ ਇਹ ਕੰਮ ਔਖਾ ਹੀ ਨਹੀਂ ਹੈ। ਸੇਲ ਬ੍ਰੋਕਰਾਂ ਦੇ ਥਰੂ ਵੀ ਹੋ ਜਾਂਦਾ। ਜੇ ਤੁਸੀਂ ਘਰਾਂ 'ਚ 200-300 ਚੂਜ਼ਾ ਲੈ ਕੇ ਪਾਣਾ ਚਾਹੁੰਦੇ ਹੋ, ਉਹ ਵੀ ਮਿਲ ਜਾਂਦਾ, ਈਜ਼ੀਲੀ ਸੇਲ ਹੋ ਜਾਂਦਾ। ਕੋਈ ਏਦਾਂ ਔਖਾ ਕੰਮ ਨਹੀਂ ਹੈ। ਕਿਉਂ ਭਾਜੀ ਔਖਾ ਕੰਮ ਸੇਲ ਕਰਨਾ? ਇਹਨੂੰ ਸੇਲ ਕਰਨਾ ਕੋਈ ਔਖਾ ਨਹੀਂ, ਲੇਕਿਨ ਕਦੀ ਮੁਸ਼ਕਲਾਂ ਪੇਸ਼ ਆ ਜਾਂਦੀਆਂ ਨੇ, ਉਹ ਕੋਈ ਮਸਲਾ ਨਹੀਂ, ਲੇਕਿਨ ਅੱਲਾਹ ਤਾਲਾ ਖੈਰ ਕਰੇਗਾ। ਪਰੇਸ਼ਾਨੀ ਕਦੀ ਇਨਸਾਨ ਪਰੇਸ਼ਾਨੀ ਆਈ ਵੀ ਜਾਂਦੀ ਹੈ।
ਕਿਸ ਤਰ੍ਹਾਂ ਕਿ ਨਹੀਂ ਨਹੀਂ ਸੇਲ ਕਰਨ ਦੇ ਵਿੱਚ ਮੇਰੇ ਖਿਆਲ 'ਚ ਏਡਾ ਮੁਸ਼ਕਲ ਕੰਮ ਤੇ ਨਹੀਂ ਹੈ ਜਿਨ੍ਹਾਂ ਨੇ ਆ ਪਾਇਆ ਜਿਨ੍ਹਾਂ ਨੇ ਹੁਣ ਚਾਰ ਕਿਉਂ ਰੇਟ ਕੰਮ ਨਹੀਂ ਵੱਧ ਉਹ ਘੱਟ ਵੀ ਰਹਿੰਦਾ ਹੈ। ਡਰਦੇ ਨੇ ਬੰਦੇ ਜਿਹੜਿਆਂ ਨੇ ਪਾਇਆ ਹੁੰਦਾ ਨਾ ਥੋੜਾ ਹਾਂਜੀ। ਉਹ ਕਹਿੰਦੇ ਨੇ ਕਿ ਯਾਰ ਰੇਟ ਜਿਹੜਾ ਉਹ ਮਤਲਬ ਕਿਵੇਂ ਅਸੀਂ ਸੇਲ ਕਰਨਾ ਜਿਨ੍ਹਾਂ 300 400 ਪਾਇਆ ਹੈ। ਹਾਂ ਨਹੀਂ ਬਸ ਹੁਣ ਜਿਨ੍ਹਾਂ ਨੇ ਵੇਖੋ ਨਾ 13,000 13,500 ਪਾਇਆ ਇਹਨਾਂ ਨੇ ਵੀ ਤੇ ਸੇਲ ਕਰਨਾ ਇਹਨਾਂ ਵੀ ਕਿਸੇ ਪਾਸੇ ਕੱਢਣਾ ਹੈ। ਜੇ ਡਰਨ ਲੱਗ ਜਾਂਦੇ ਫਿਰ ਇਹ ਪਾਣ ਹੀ ਨਾ ਠੀਕ ਹੈ ਕੰਮ ਇੰਜ ਹੀ ਨੇ ਸਾਰੇ ਮਿਹਨਤ ਕਰਨੀ ਪੈਂਦੀ ਆ ਵੇਖੋ ਨਾ ਤੁਹਾਨੂੰ ਮੈਂ ਮਾਸ਼ਾਅੱਲਾ ਚੈੱਕ ਕਰਾਨਾ ਵਾ ਮਾਲ ਚੈੱਕ ਕਰੋ ਇਹੋ ਹੀ ਮਾਲ ਜਿਹੜਾ ਮੈਂ ਪਹਿਲਾਂ ਵਲੋਗ ਤੁਹਾਨੂੰ ਬਣਾ ਕੇ ਵਿਖਾਇਆ ਸੀ ਇੱਥੇ ਆਏ ਸਾਂ ਜਦੋਂ ਚੂਜ਼ਾ ਛੋਟਾ ਸੀ ਉਦੋਂ ਬੱਚਾ ਸੀ ਠੀਕ ਹੈ ਮੇਰੇ ਗਾਲਬਨ 2-3 ਦਿਨ ਦਾ ਸੀ ਇਹ ਚੈੱਕ ਕਰੋ ਮਾਸ਼ਾਅੱਲਾ ਬਿਹਤਰੀਨ ਹੈ ਇਹਦੇ 'ਚ ਜਿੰਨਾ ਮਰਜ਼ੀ ਪਾ ਲਓ ਇਹ 2 ਮਹੀਨਿਆਂ ਦਾ ਫਲਾ ਕੇ ਖਰਚਾ ਵੀ ਐਡਾ ਕੋਈ ਨਹੀਂ ਹੈ ਖਰਚਾ ਵੀ ਕੋਈ ਨਹੀਂ ਹੈ ਫਿਰ ਕਈ ਬੰਦੇ ਕਹਿੰਦੇ ਨੇ ਯਾਰ ਮੈਨੇ ਵੀ ਕੀਤਾ ਤਾਂ ਨੁਕਸਾਨ ਹੋ ਗਿਆ ਇਹ ਹੋ ਗਿਆ ਨੁਕਸਾਨ ਤੁਹਾਨੂੰ ਇੱਕ ਸੂਰਤ ਹੀ ਹੋਣਾ ਜਦੋਂ ਤੁਹਾਡੀ ਮੈਨੇਜਮੈਂਟ ਅੱਛੀ ਨਹੀਂ ਹੋਣੀ ਤੁਹਾਡਾ ਟੈਂਪਰੇਚਰ ਤੇ ਤੁਹਾਡਾ ਜਿਹੜਾ ਸਿਸਟਮ ਹੈ ਮਤਲਬ ਕੋਈ ਫੀਡ ਦਾ ਟਾਈਮ ਕਹਿ ਲਓ ਜਾਂ ਪੱਖਿਆਂ ਦਾ ਟਾਈਮ ਟੈਂਪਰੇਚਰ ਅਪ ਟੁਰ ਗਿਆ ਡਾਊਨ ਹੋ ਗਿਆ ਉਹਦੀ ਵਜ੍ਹਾ ਨਾਲ ਨੁਕਸਾਨ ਹੋ ਸਕਦਾ ਹੈ ਬਿਲਕੁਲ ਜਾਂ ਯਕਦਮ ਡਾਊਨ ਹੋ ਗਿਆ ਜਾਂ ਅਪ ਹੋ ਗਿਆ ਫਿਰ ਪਰੇਸ਼ਾਨੀ ਬਣ ਸਕਦੀ ਲੇਕਿਨ ਤੁਸੀਂ ਬਿਹਤਰੀਨ ਮੈਨੇਜਮੈਂਟ ਰੱਖੋ ਆਪਣਾ ਇਹ ਇੱਕ ਚੀਜ਼ ਦਾ ਪੁਆਇੰਟ ਦਾ ਖਿਆਲ ਰੱਖੋ ਇਨਸ਼ਾਅੱਲਾ ਦੇ ਹੁਕਮ ਨਾਲ ਮੇਰੀ ਗਰੰਟੀ ਅੱਲਾਹ ਦੇ ਹੁਕਮ ਨਾਲ ਇਨਸ਼ਾਅੱਲਾ ਕਮਾਲ ਬਿਹਤਰੀਨ ਪਲੇਗਾ ਤੇ ਮੈਨੇਜਮੈਂਟ ਠੀਕ ਹੋਣੀ ਚਾਹੀਦੀ ਹੈ ਇਹ ਸੁਪਰਵਾਈਜ਼ਰ ਨੇ ਜੀ ਜਿਨ੍ਹਾਂ ਨੇ ਆ 13,500 ਮਾਲ ਤਿਆਰ ਕੀਤਾ ਉਹ ਤੁਹਾਨੂੰ ਦੱਸ ਰਹੇ ਨੇ ਕਿ ਮੈਨੇਜਮੈਂਟ ਸਿਰਫ ਇਹ ਕੰਮ ਹੈ ਮੈਨੇਜਮੈਂਟ ਤੇ ਕੋਈ ਮੈਡੀਸਨ ਦੀ ਲੋੜ ਨਹੀਂ ਕੋਈ ਸਿਸਟਮ ਨਹੀਂ ਹੈ ਕੋਈ ਐਡੀ ਬਿਮਾਰੀ ਨਹੀਂ ਜਦੋਂ ਤੁਹਾਡਾ ਚੂਜ਼ਾ ਮਹੀਨਾ 20-25 ਦਿਨ ਤੱਕ ਤੁਸੀਂ ਮਤਲਬ ਸਹੀ ਲੈ ਕੇ ਚੱਲਦੇ ਹੋ ਅੱਗੋਂ ਚੂਜ਼ਾ ਆਪ ਹੀ ਟੁਰ ਪੈਂਦਾ ਜਦੋਂ ਤੁਸੀਂ ਪਹਿਲੇ 20-25 ਦਿਨ ਇਹਦੀ ਇhtiyat ਨਹੀਂ ਕਰਨੀ ਹੈ ਉਦੋਂ ਫਿਰ ਇਹ ਜਾ ਪੈਂਦਾ ਉਦੋਂ ਇਹਦੇ ਚਾਂਸਿਸ ਨੇ ਕਿ ਇਹ ਮਤਲਬ ਜੇ ਨਹੀਂ ਤੁਹਾਡੇ ਕੋਲ ਅੱਛੀ ਮੈਨੇਜਮੈਂਟ ਹੋਈ ਫਿਰ ਇਹਨਾਂ ਲਾਸ ਹੀ ਕਰਨਾ ਜੋ ਮਰਜ਼ੀ ਇਹਨੂੰ ਪਾਓ ਕਿਉਂਕਿ ਜਦੋਂ ਇੱਕ ਬੁਨਿਆਦ ਹੀ ਨਹੀਂ ਅੱਛੀ ਰੱਖੀ ਗਈ ਤੇ ਉਹਨੂੰ ਬਿਲਡਿੰਗ ਦੇ ਉੱਤੇ ਜਾ ਕੇ ਡਿੱਗਣਾ ਹੀ ਡਿੱਗਣਾ ਠੀਕ ਹੈ ਤੇ ਬਾਕੀ ਇਹ ਸੁਪਰਵਾਈਜ਼ਰ ਨੇ ਨਾਮ ਕੀ ਆਪਣਾ ਤਨਵੀਰ ਨਾਮ ਹੈ ਭਾਈ ਹਰਾਂ ਦਾ ਤੇ ਵਾਂਡੋ ਵਾਂਡੋ ਦੇ ਨੇ ਸਾਡੇ ਇਲਾਕੇ ਦੇ ਹੀ ਨੇ ਇਧਰ ਨਿਕਲ ਆਏ ਨੇ ਸਾਡਾ ਇੱਥੇ ਗੁਜਰਾਂਵਾਲੇ ਦੇ ਨੇ ਠੀਕ ਹੈ ਜੇ ਕਿਸੇ ਵੀਰ ਭਰਾ ਨੂੰ ਕੋਈ ਇਨਫੋਰਮੇਸ਼ਨ ਦੀ ਜ਼ਰੂਰਤ ਹੈ ਉਹ ਪੁੱਛਣਾ ਚਾਹੁੰਦਾ ਚੂਜ਼ਾ ਉਹ ਹੈਚਰੀਆਂ ਵਾਲਿਆਂ ਦਾ ਵੀ ਤੁਹਾਨੂੰ ਅਸੀਂ ਦੱਸ ਦਿਆਂਗੇ ਫੀਡ ਵੀ ਦੱਸ ਦਿਆਂਗੇ ਨੰਬਰ ਵੀ ਦੱਸ ਦਿਆਂਗੇ ਸਾਰਾ ਕੁਝ ਜਿੱਥੋਂ ਤੱਕ ਹੋ ਸਕਦਾ ਅਸੀਂ ਤੁਹਾਡੀ ਜਿਹੜੀ ਹੈ ਨਾ ਉਹ ਹੈਲਪ ਕਰਾਂਗੇ ਇਹ ਚੈੱਕ ਕਰ ਦਿਓ ਪਏ ਮਾਸ਼ਾਅੱਲਾ ਮਾਲ ਇਹ ਸ਼ੈੱਡ ਭਰਿਆ ਸੀ ਆ ਵੇਖਦੇ ਪਏ ਹੁਣ ਸਾਰਾ ਖਾਲੀ ਹੋ ਗਿਆ ਸੇਲ ਹੋਇਆ ਤੇ ਖਾਲੀ ਹੋਇਆ ਨਾ ਸੇਲ ਹੋ ਰਿਹਾ ਤੇ ਜਾ ਰਿਹਾ ਤੇ ਖਾਲੀ ਹੋ ਰਿਹਾ ਇੱਕ ਕਲਿੱਪ ਮੈਂ ਤੁਹਾਨੂੰ ਬਲਕਿ ਹੋਰ ਐਡ ਕਰ ਦਿਆਂਗਾ ਤੇ ਬਾਕੀ ਔਖਾ ਕੰਮ ਕੋਈ ਨਹੀਂ ਹੈ ਭਾਜੀ ਬਿਹਤਰੀਨ ਕੰਮ ਹੈ ਫਿਰ ਇਹ ਕੰਮ ਵੀ ਦੇਸੀ ਹੈ ਸਮਝਦੇ ਹੋ ਪਏ ਇਹਨਾਂ ਨੇ ਹੁਣ ਮੋਟਰ ਚਲਾਈ ਜੇ ਇਹ ਮੋਟਰ ਚਲਾਈ ਆ ਪੈਰ ਠੰਡੇ ਹੋਣ ਕੇ ਅੰਦਰ ਕੂਲਿੰਗ ਹੋ ਜਾਏਗੀ ਸਿਰਫ ਇੱਕ ਪੱਖਾ ਚੱਲ ਰਿਹਾ ਸਿਰਫ ਇੱਕ ਠੀਕ ਹੈ ਤਿੰਨ ਹੀ ਪੱਖੇ ਬੰਦ ਪਏ ਨੇ ਇਹਨਾਂ ਦੇ ਠੀਕ ਹੈ ਤੇ ਏਡਾ ਮਾਹੌਲ ਵੀ ਪੂਰਾ ਲੈਵਲ ਬਣਿਆ ਠੰਡ ਪੂਰੀ ਹੋਈ ਹੈ ਸਮਝਦੇ ਹੋ ਪਏ ਟੈਂਪਰੇਚਰ ਅੰਦਰ ਅੱਛਾ ਹੈ ਜਦੋਂ ਠੰਡੀ ਹਵਾ ਇੱਥੇ ਆ ਕੇ ਬੰਦਾ ਖੁੱਲੇ ਠੰਡ ਲੱਗਣ ਲੱਗ ਪੈਂਦੀ ਯਕੀਨ ਕਰੋ ਤੇ ਬਾਕੀ ਆ ਮਾਮਲਾਤ ਨੇ ਆ ਮਾਹੌਲ ਸ਼ੋਲ ਪਰੇਸ਼ਾਨ ਨਾ ਯਾਰ ਹੋ ਜਾ ਕਰੋ ਜ਼ਿੰਮੇਵਾਰੀ ਬਸ ਹਾਂਜੀ ਜ਼ਿੰਮੇਵਾਰੀ ਜੇ ਇਹਨੂੰ ਕੰਮ ਸਮਝ ਕੇ ਕਰੋਗੇ ਸ਼ੁਗਲ ਨਹੀਂ ਕੰਮ ਨੂੰ ਕੰਮ ਸਮਝ ਕੇ ਸੀਰੀਅਸ ਹੋ ਕੇ ਕਰੋਗੇ ਕੋਈ ਲਾਸ ਨਹੀਂ ਵੱਲਾ ਲਾਸ ਹੈ ਹੀ ਨਹੀਂ ਇਹ ਕੰਮ ਦੇ ਵਿੱਚ ਬ੍ਰੈਲਰ ਦਾ ਨਹੀਂ ਮੈਂ ਕਹਿੰਦਾ ਮਿਸਰੀ 'ਚ ਜਾਂ ਲੇਅਰ 'ਚ ਲਾਸ ਨਹੀਂ ਹੈ ਠੀਕ ਹੈ ਹਾਂ ਬ੍ਰੈਲਰ ਦੇ ਵਿੱਚ ਵਾਧਾ ਘਾਟਾ ਹੋ ਜਾਂਦਾ ਉਹਦਾ ਅਪ ਐਂਡ ਡਾਊਨ ਦਾ ਪਤਾ ਨਹੀਂ ਚੱਲਦਾ ਇਹਦਾ ਇਹ ਵੀ ਕਿ ਜਾਣ ਸਕਦੇ ਇੱਕ ਬੰਦਾ ਇਹਨੂੰ ਰੱਖ ਸਕਦਾ ਸੰਭਾਲ ਸਕਦਾ ਉਹਦਾ ਤੇ ਸਿਸਟਮ ਹੀ ਅਲੱਗ ਹੈ ਉਹਨੂੰ ਬੰਦਾ ਰੱਖ ਹੀ ਨਹੀਂ ਸਕਦਾ ਹੁਣ ਇਹਦਾ ਰੇਟ ਨਹੀਂ ਤੁਹਾਨੂੰ ਸਹੀ ਮਿਲ ਰਿਹਾ ਤੁਸੀਂ ਇਹਨੂੰ ਡੱਕ ਦਿਓਗੇ ਇਹਨੇ ਕਿਹੜਾ ਐਡੀ ਫੀਡ ਖਾਣੀ ਬ੍ਰੈਲਰ ਤੇ ਲੰਘ ਲਾ ਛੱਡਦਾ ਫੜ ਕੇ ਕਿਉਂ ਭਾਈ ਤੇ ਆਹ ਵੇਖੋ ਮਾਲ ਹੈ ਠੀਕ ਹੈ ਇਹ ਸੇਲ ਮੇਰੇ ਹਿਸਾਬ 'ਚ ਪਤਾ ਨਹੀਂ ਕਰਦੇ ਨੇ ਨਹੀਂ ਕਰਦੇ ਆ ਕਿਉਂ ਭਾਜੀ ਜੇ ਕਿਸੇ ਨੇ ਲੈਣਾ ਹੋਏ ਅੱਗੋਂ ਅੰਡੇ ਤੇ ਤਿਆਰ ਕਰਨ ਵਾਸਤੇ ਸੇਲ ਹੀ ਕਰਦੇ ਹੋ ਸੇਲ ਹੋ ਜਾਂਦਾ ਅੰਡੇ ਤੇ ਕੀ ਹੋ ਜਾਂਦਾ ਲੇਕਿਨ ਉਹਦੇ ਵਾਸਤੇ ਇੱਕ ਮੈਰਕਸ ਇੰਜੈਕਸ਼ਨ ਹੁੰਦਾ ਉਹ ਸ਼ੁਰੂ ਤੋਂ ਲਗਾਉਣਾ ਪੈਂਦਾ ਹੈ ਮੈਰਕਸ ਦਾ ਇੰਜੈਕਸ਼ਨ ਇੱਕ ਮੈਰਕਸ ਦਾ ਉਹ ਲਗਾਉਣਾ ਪੈਂਦਾ ਸਹੀ ਹੈ ਕਈਆਂ ਨੂੰ ਨਹੀਂ ਕਾਰੋਬਾਰ 'ਚ ਅੱਛਾ ਲੱਗਦਾ ਉਹ ਆਉਂਦੇ ਨੇ ਅਸੀਂ ਛੋਟਾ ਹੀ ਵੇਚ ਦੇਣਾ ਸਾਨੂੰ ਨਹੀਂ ਚੰਗਾ ਲੱਗਦਾ ਜਿੱਥੇ ਤੱਕ ਸਾਡਾ ਮੁਨਾਸਬ ਕੀਮਤ ਜਾ ਰਹੀ ਹੈ ਸਾਨੂੰ ਖਰਚਾ ਕੱਟ ਕੇ ਸਾਨੂੰ ਪ੍ਰੋਫਿਟ ਆ ਰਹੀ ਹੈ ਅਸੀਂ ਵੇਚ ਦਿੰਦੇ ਹਾਂ ਜ਼ਿਆਦਾਤਰ ਲੋਕ ਪਤਾ ਕੀ ਕਰਦੇ ਨੇ ਮੈਂ ਤੁਹਾਨੂੰ ਦੱਸਣਾ ਜ਼ਿਆਦਾਤਰ ਲੋਕ ਫਲਾਕ ਕਰਦੇ ਨੇ 2-3 ਮਹੀਨੇ ਦਾ ਫਲਾਕ ਲਾਉਂਦੇ ਨੇ ਸੇਲ ਕਰ ਦਿੰਦੇ ਨੇ ਉਹ ਨਹੀਂ ਐਡਾ ਲੰਮਾ ਲੈ ਕੇ ਚੱਲਦੇ ਆ ਠੀਕ ਹੈ ਹੁਣ ਕਈ ਜਿਹੜੇ ਨੇ ਉਹ ਲੰਬਾ ਲੈ ਕੇ ਚੱਲਦੇ ਨੇ ਲਿਹਾਜ਼ਾ ਕੰਮ ਬਿਹਤਰੀਨ ਕੰਮ ਹੈ ਬਿਮਾਰੀ ਭਾਜੀ ਇਹਦੇ 'ਚ ਬਿਮਾਰੀ ਐਡੀ ਕੋਈ ਨਹੀਂ ਮੇਰੇ ਹਿਸਾਬ ਦੇ ਵਿੱਚ ਹਰ ਬੰਦੇ ਬਸ ਆਪਣੀ ਸੋਚ ਸਮਝ ਕੋ ਜਿੱਥੇ ਜਾ ਰਿਹਾ ਬਸ ਠੀਕ ਹੈ ਜਾ ਰਿਹਾ ਮੈਨੇਜਮੈਂਟ ਤੁਹਾਡੀ ਸਹੀ ਹੈ ਕੋਈ ਬਿਮਾਰੀ ਨਹੀਂ ਹੈ ਯਾਰ ਛੋਟੇ ਮੋਟੇ ਮਸਲੇ ਜਿਵੇਂ ਬੰਦੇ ਨੂੰ ਬੁਖਾਰ ਹੋ ਜਾਂਦਾ ਕੋਈ ਮਸਲਾ ਬਣ ਜਾਂਦਾ ਉਹ ਆ ਜਾਂਦੇ ਨੇ ਲੇਕਿਨ ਮੇਜਰ ਇਹਦੇ 'ਚ ਮਸਲਾ ਨਹੀਂ ਆਉਂਦਾ ਜਿਵੇਂ ਬ੍ਰੈਲਰ 'ਚ ਜਿਨ੍ਹਾਂ ਨੇ ਬ੍ਰੈਲਰ ਦਾ ਕੀਤਾ ਸੀ ਬ੍ਰੈਲਰ ਦਾ ਕੀਤਾ ਸਾਨੂੰ ਪਤਾ ਉਹਦੇ ਵਿੱਚ ਬਿਮਾਰੀ ਆਈ ਹੈ ਰੁਕਦੀ ਨਹੀਂ ਹੈ ਉਹ ਤਬਾਹੀ ਕਰਕੇ ਆਪਣਾ ਫੇਰ ਸਾਹ ਲੈਂਦੀ ਹੈ
ਲੇਕਿਨ ਇਹਦੇ ਵਿੱਚ ਇਹ ਮੈਨੇਜਮੈਂਟ ਅੱਛੀ ਹੋਏ, ਤੁਹਾਡਾ ਮਤਲਬ ਬੰਦੇ ਅੱਛੇ ਹੋਣ, ਲੇਬਰ ਅੱਛੀ ਹੋਵੇ, ਠੀਕ ਹੈ। ਇਹ ਨਾ ਹੋਵੇ ਕਿ ਸੁਪਰਵਾਈਜ਼ਰ ਸਾਹਿਬ ਸੋ ਗਏ ਨੇ ਤੇ ਲੇਬਰ ਵੀ ਸੁੱਤੀ ਏ। ਸੁਪਰਵਾਈਜ਼ਰ ਹੋਣਾ ਕਹਿਣਾ ਪਾਣੀ ਭਰ ਲਓ ਤੇ ਨਾ ਪਾਣੀ ਭਰਨਾ, ਸੁਪਰਵਾਈਜ਼ਰ ਹੋਣਾ ਕਹਿਣਾ ਯਾਰ ਆ ਫੀਡ ਪਾਓ ਤੇ ਉਹਨਾਂ ਫੀਡ ਨਹੀਂ, ਉਹ ਕੰਮ ਨਹੀਂ। ਲੇਬਰ ਆਪ ਕਰੇ, ਸੁਪਰਵਾਈਜ਼ਰ ਧਿਆਨ ਮਾਰੇ, ਸੁਪਰਵਾਈਜ਼ਰ ਨੂੰ ਦੱਸਣਾ ਯਾਰ ਇਥੋਂ ਤੁਹਾਡੀ ਆ ਗਲਤੀ, ਇਥੋਂ ਸਹੀ ਕਰੋ। ਮਾਲਕ ਆਪ ਖੁਦ ਸ਼ਾਮ ਨੂੰ ਚੱਕਰ ਲਾਏ। ਉਦੋਂ ਤੱਕ ਕੰਮ ਨਹੀਂ ਚੱਲਦਾ ਜਦੋਂ ਤੱਕ ਤੁਸੀਂ ਲੇਬਰ ਤੇ ਛੱਡ ਕੇ ਸੋ ਗਏ ਹੋ, ਠੀਕ ਹੈ। ਸੁਪਰਵਾਈਜ਼ਰ ਦਾ ਮਕਸਦ ਹੁੰਦਾ ਕੰਮ ਵੇਖਣਾ ਤੇ ਅਗਲੇ ਨੂੰ ਦੱਸਣਾ ਇੰਜ ਕਰ ਲਓ। ਇਹ ਨਹੀਂ ਹੁੰਦਾ ਕਿ ਮੈਂ ਆਪ ਖੁਦ ਕਰ ਲਾਂ, ਠੀਕ ਹੈ। ਇਹ ਚੀਜ਼ਾਂ ਤੁਸੀਂ ਗੌਰ ਕਰਨੀਆਂ ਨੇ। ਤੇ ਬਾਕੀ ਇਨਸ਼ਾਅੱਲਾ ਮੁਲਾਕਾਤ ਹੁੰਦੀ ਤੁਹਾਡੇ ਨਾਲ ਨੈਕਸਟ ਵਲੋਗ ਵਿੱਚ। ਉਦੋਂ ਤੱਕ ਇਜਾਜ਼ਤ ਦਿਓ। ਅੱਲਾ ਹਾਫਿਜ਼।